ਧੰਨ ਵਾਹਿਗੁਰੂ ਸਾਹਿਬ ਜੀ। ਦਿਨ ਰੈਣ ਸੁਹਾਵੜੀ ਆਈ, ਸਿਮਰਤ ਨਾਮ ਹਰਿ। ਚਰਨ ਕਮਲ ਸੰਗ ਪ੍ਰੀਤ, ਕਲਮਲ ਪਾਪ ਹਰਿ। ਦੁਖ ਭੂਖ ਦਰਿਦਰ ਨਾਠੇ, ਪ੍ਰਗਟ ਮਗ ਦਿਖਾਇਆ। ਮਿਲ ਸਾਧ ਸੰਗੇ, ਨਾਮ ਰੰਗੇ, ਮਨ ਲੋੜਿੰਦਾ ਪਾਇਆ। ਹਰ ਦੇਖ ਦਰਸ਼ਨ ਇਛ ਪੁਨੀ, ਕੁਲ ਸੰਭੂਹਾ ਸਭ ਤਰੀ। ਦਿਨਸ ਰੈਣ ਅਨੰਦ ਅਨਦਿਨ, ਸਿਮਰੰਤ ਨਾਨਕ ਹਰ ਹਰੇ। ਗੁਰੂ ਦੇ ਪਿਆਰਿਓ, ਪੁਰਸ਼ ਲਈ ਉਹ ਦਿਨ ਸੋਹਣਾ, ਉਹ ਰਾਤ ਸੁਆਦਲੀ ਆਈ, ਜਦੋਂ ਪ੍ਰਭੂ ਦਾ ਨਾਮ ਸਿਮਰਦਾ ਹੈ। ਹਰੀ ਦੇ ਸੋਹਣੇ ਕੋਮਲ ਚਰਨਾਂ ਨਾਲ ਪੁਰਸ਼ ਦੀ ਪ੍ਰੀਤ ਬਣ ਜਾਂਦੀ ਹੈ। ਉਸ ਦੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ। ਜਿਸ ਪੁਰਸ਼ ਨੂੰ ਪ੍ਰਭੂ ਨੇ ਜੀਵਨ ਦਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਭੂਖ ਗਰੀਬੀ ਸਭ ਦੂਰ ਹੋ ਗਈ। ਜਿਹੜਾ ਪੁਰਸ਼ ਗੁਰੂ ਦੀ ਸੰਗਤ ਮਿਲ ਕੇ ਹਰੀ ਨਾਮ ਪ੍ਰੇਮ ਵਿੱਚ ਮਗਨ ਹੁੰਦਾ ਹੈ, ਉਹ ਮਨ ਵਿੱਚ ਮੰਗਿਆ ਹੋਇਆ ਫਲ ਪਾਉਂਦਾ ਹੈ। ਹਰੀ ਦਾ ਦਰਸ਼ਨ ਕਰਕੇ ਪੁਰਸ਼ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ। ਉਸ ਦੀ ਕੁੱਲਾਂ ਵੀ ਤਰ ਜਾਂਦੀਆਂ ਹਨ। ਗੁਰੂ ਜੀ ਸਮਝਾਉਂਦੇ, ਜਿਹੜੇ ਪੁਰਸ਼ ਹਰਨਾਮ ਵਿੱਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ, ਹਰੇਕ ਦਿਨ, ਹਰ ਵੇਲੇ ਆਨੰਦ ਵਿੱਚ ਲੰਘਦਾ ਹੈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੁਖਮਨੀ ਸਾਹਿਬ ਦੀ 14 ਅਸ਼ਟਪਦੀਆਂ ਤੇ ਵਿਚਾਰ ਹੋਈ। 15ਵੀਂ ਅਸ਼ਟਪਦੀ ਤੋਂ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ। ਜਾ ਕੈ ਸਿਮਰਨ ਉਧਰੀਐ, ਨਾਨਕ ਤਿਸ ਬਲਿਹਾਰ। ਸ਼ਬਦਾਰਥ। ਸਰਬ ਕਲਾ ਯਾਨੀ ਸਾਰੀਆਂ ਸ਼ਕਤੀਆਂ ਕਰਕੇ, ਬਿਰਥਾ ਯਾਨੀ ਪੀੜਾ ਅਵਸਥਾ, ਉਧਰੀਐ ਯਾਨੀ ਤਰ ਜਾਈਦਾ ਹੈ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ। ਜਾ ਕੈ ਸਿਮਰਨ ਉਧਰੀਐ, ਨਾਨਕ ਤਿਸ ਬਲਿਹਾਰ। ਪ੍ਰਭੂ ਸਾਰੀਆਂ ਸ਼ਕਤੀਆਂ ਕਰਕੇ ਪੂਰਨ ਹੈ ਅਤੇ ਸਭ ਦੇ ਮਨ ਦੀ ਅਵਸਥਾ ਨੂੰ ਜਾਣਨ ਵਾਲਾ ਹੈ। ਜਿਸ ਦੇ ਸਿਮਰਨ ਕਰਕੇ ਤਰ ਜਾਈਦਾ ਹੈ, ਗੁਰੂ ਜੀ ਕਹਿੰਦੇ ਹਨ, ਉਸ ਤੋਂ ਬਲਿਹਾਰ ਜਾਈਏ। ਤਾਤਪਰਯ ਇਹ ਹੈ, ਪਰਮਾਤਮਾ ਹਰ ਪ੍ਰਕਾਰ ਮਾਰਨ, ਜਿਵਾਉਣ ਤੇ ਰੱਖਿਆ ਕਰਨ ਨੂੰ ਸਮਰੱਥ ਹੈ। ਉਹ ਹਰ ਇੱਕ ਦੇ ਦਿਲ ਦੀ ਵੇਦਨਾ ਨੂੰ ਜਾਣਦਾ ਪਛਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਉਸ ਤੋਂ ਸਦਕੇ ਤੇ ਵਾਰਨੇ ਜਾਈਏ। ਅਸ਼ਟਪਦੀ। ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ
जिस मन माहे तिस ते बिरथा कोई नाहि। रे मन मेरे सदा हर जाप, अविनाशी प्रभ आपे आप। आपन किया कछु ना होए, जैसो प्राणी लोचै कोई। तिस बिन नाही तेरै किछ काम, गत नानक जप एक हर नाम। शब्दार्थ बिरथा यानी खाली, अविनाशी यानी नाश रहित, गत यानी छुटकारा। टूटी गांडन हार गोपाल, सर्व जियां आपे ਪ੍ਰਤਪਾਲ। ਵਾਹਿਗੁਰੂ ਜੀਵ ਦੀ ਟੁੱਟੀ ਨੂੰ ਗੰਢਣ ਵਾਲਾ ਹੈ, ਸਾਰੇ ਜੀਆਂ ਦੀ ਆਪੇ ਪ੍ਰਤਪਾਲਤਾ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ। ਸਾਰਿਆਂ ਦੀ ਚਿੰਤਾ ਜਿਸ ਦੇ ਮਨ ਵਿੱਚ ਰੋਜੀ ਦੇਣ ਦੀ ਹੈ, ਸਰਬ ਚਿੱਤ ਤੁਧ ਪਾਸੇ। ਉਸ ਤੋਂ, ਉਸ ਦੀ ਦਾਤ ਤੋਂ ਕੋਈ ਖਾਲੀ ਨਹੀਂ ਹੈ। ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ। ਹੇ ਮੇਰੇ ਮਨ, ਤੂੰ ਸਦਾ ਉਸ ਹਰੀ ਨੂੰ ਜਪ, ਉਹ ਨਾਸ ਰਹਿਤ ਪ੍ਰਭੂ ਸਭ ਆਪੇ ਹੀ ਆਪ ਹੈ, ਉਸ ਦੀ ਬਰਾਬਰੀ ਦਾ ਹੋਰ ਕੋਈ ਨਹੀਂ। ਆਪਨ ਕੀਆ ਕਛੂ ਨਾ ਹੋਏ, ਜੈਸੋ ਪ੍ਰਾਨੀ ਲੋਚੈ ਕੋਈ। ਜੀਵ ਦਾ ਆਪਣਾ ਕੀਤਾ ਹੋਇਆ ਕੁਛ ਨਹੀਂ ਹੁੰਦਾ, ਭਾਵੇਂ ਕੋਈ 100 ਵੇਰ ਚਾਹਵੇ ਕਿ ਮੈਂ ਆਪਣਾ ਕੰਮ ਕਰ ਲਵਾਂ। ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਉਸ ਪ੍ਰਭੂ ਬਿਨਾ ਤੇਰੇ ਕੋਈ ਕੰਮ ਨਹੀਂ ਆਉਂਦਾ। ਹੇ ਜੀਵ, ਇੱਕ ਹਰੀ ਦੇ ਨਾਮ ਨੂੰ ਹੀ ਜਪ ਕੇ ਛੁਟਕਾਰਾ ਹੁੰਦਾ ਹੈ। ਤਾਤਪਰਯ ਇਹ ਹੈ, ਪਰਮਾਤਮਾ ਸਭ ਤਰ੍ਹਾਂ ਸਮਰੱਥ ਹੈ, ਉਹ ਸਭ ਦੀ ਪਾਲਣਾ ਕਰਨ ਵਾਲਾ ਹੈ। ਜੀਵ ਆਪਣੇ ਆਪ ਕੁਝ ਨਹੀਂ ਕਰ ਸਕਦਾ, ਭਾਵੇਂ ਕਿਤਨੇ ਯਤਨ ਕਰੇ। ਪਰਮਾਤਮਾ ਦੇ ਨਾਮ ਤੋਂ ਬਿਨਾ ਅੰਤ ਨੂੰ ਜੀਵ ਦੇ ਕੁਝ ਕੰਮ ਨਹੀਂ ਆਉਂਦਾ। ਨਾਮ ਜਪ ਕੇ ਬੰਧਨ ਟੁੱਟਦੇ ਹਨ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾ ਸਭ ਕਿਛ ਤਿਸ ਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨਹਾਰ ਜਾਣੈ ਗਾਵਾਰ। ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਸ਼ਬਦਾਰਥ ਮੋਹੈ ਯਾਨੀ ਮੋਹ ਸਕਦਾ, ਘਟ ਯਾਨੀ ਸਰੀਰਾਂ ਵਿੱਚ, ਗਰਭ ਯਾਨੀ ਹੰਕਾਰ ਕਰਦਾ ਹੈ,
दरबह यानी धन दौलत, सूरा यानी सूरमा, कला यानी शक्ति, धावै यानी दौड़ सकता है, दातार यानी दाता देनहार। परमात्मा, गावार यानी मूर्ख, रूपवंत होए नाही मोह, प्रभ की जोत सगल घट सो है। कोई सुंदर रूप वाला होके भी परमात्मा नूं मोह नहीं सकता। प्रभु की जोत ही सारे शरीरां च शोभ रही है, अर्थात ਜਿਹੜਾ ਸਰਬ ਰੂਪ ਪ੍ਰਭੂ ਦੀ ਜੋਤ ਕਰਕੇ ਉਸ ਦਾ ਹੀ ਦਿੱਤਾ ਹੋਇਆ ਹੈ, ਉਸ ਰੂਪ ਦਾ ਮਾਣ ਕਰਕੇ ਉਸ ਨੂੰ ਕੀ ਦੱਸਣਾ ਹੋਇਆ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸ ਕਾ ਦੀਆ ਦਰਬੈ। धनवान होके कोई की हंकार करे, जा धन ते होर सब कुछ उस प्रभु दा ही दिता होया है। अत सूरा जे को कहावै, प्रभ की कला बिना कह धावै। जे कोई वड्डा सूरमा अखवाए ਤਾਂ ਉਹ ਇਹ ਦੱਸੇ ਕਿ ਪ੍ਰਭੂ ਦੀ ਸ਼ਕਤੀ ਤੋਂ ਬਿਨਾ ਉਹ ਕਿੱਥੋਂ ਦੌੜ ਸਕਦਾ ਹੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨਹਾਰ ਜਾਣੈ ਗਾਵਾਰ। ਜੇ ਕੋਈ ਦਾਨ ਦੇ ਕੇ ਦਾਤਾ ਬਣ ਬੈਠੇ ਤਾਂ ਉਸ ਨੂੰ ਦਾਤਾ ਦੇਣ ਵਾਲਾ ਪ੍ਰਭੂ ਮੂਰਖ ਸਮਝੇਗਾ, ਕਿਉਂਕਿ ਦਿੱਤਾ ਹੋਇਆ ਤਾਂ ਸਭ ਕੁਝ ਪ੍ਰਭੂ ਦਾਤੇ ਦਾ ਹੈ। ਜੇ ਕੋਈ ਉਸ ਦੇ ਦਿੱਤੇ ਹੋਏ ਨੂੰ ਅੱਗੇ ਦੇ ਕੇ ਆਪ ਦਾਨੀ ਬਣਦਾ ਹੈ ਤਾਂ ਉਸ ਨੂੰ ਉਹ ਦਾਤਾ ਮੂਰਖ ਹੀ ਸਮਝੇਗਾ। ਜਿਸ ਗੁਰ ਪ੍ਰਸਾਦ ਟੁਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਸ ਦਾ ਗੁਰੂ ਦੀ ਕਿਰਪਾ ਨਾਲ ਹੰਕਾਰ ਦਾ ਰੋਗ ਦੂਰ ਹੋ ਜਾਵੇ, ਗੁਰੂ ਜੀ ਕਹਿੰਦੇ ਹਨ ਉਹ ਪੁਰਸ਼ ਸਦਾ ਹੀ ਰੋਗ ਤੋਂ ਰਹਿਤ ਹਨ। ਤਾਤਪਰਯ ਇਹ ਹੈ, ਰੂਪ ਦਾ ਹੰਕਾਰ ਕਰਨਾ, ਧਨ ਦਾ ਹੰਕਾਰ ਕਰਨਾ ਸਭ ਬੇਅਰਥ ਹੈ, ਕਿਉਂਕਿ ਰੂਪ, ਧਨ, ਬਲ ਅਤੇ ਦਾਤ ਇਹ ਸਭ ਪਰਮਾਤਮਾ ਦੀਆਂ ਬਖਸ਼ਿਸ਼ਾਂ ਹਨ। ਮਨੁੱਖ ਇਹਨਾਂ ਦਾ ਹੰਕਾਰ ਕਰਕੇ ਆਪਣੇ ਆਪ ਨੂੰ ਮੈਂ ਹੂੰ ਦਾ ਰੋਗ ਲਾ ਲੈਂਦਾ ਹੈ। ਜੋ ਪੁਰਸ਼ ਇਹਨਾਂ ਨੂੰ ਪ੍ਰਭੂ ਦੀਆਂ ਬਖਸ਼ਿਸ਼ਾਂ ਸਮਝ ਕੇ ਇਹਨਾਂ ਦਾ ਹੰਕਾਰ ਨਹੀਂ ਕਰਦਾ, ਉਹ ਸੁਖੀ ਰਹਿੰਦਾ ਹੈ। ਜੋ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜੋ ਪਾਖਾਨ ਨਾਉ ਚਰਤ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾ ਉਦਿਆਨ ਮਹਿ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। शब्दार्थ मंदिर यानी मकान,
थम्मन यानी थम्मा, अस्थम्मन यानी खम्मा सहारा, पाखाण यानी पत्थर, नाव यानी बेड़ी, लगत यानी लग के, दीपक यानी दीवा, विगास यानी खेड़ा, उद्यान यानी जंगल, मार्ग यानी रस्ता, पावै यानी लभ लैंदा है, बाछो यानी मंगदा है, पुर यानी पूरी करो। जो मंदर को था मैं थम्मन, त्यों गुर का शब्द मनै अस थम्मन। जिस तरह ਮਕਾਨ ਦੀ ਛੱਤ ਨੂੰ ਥੰਮਾ ਥੰਮਦਾ ਹੈ, ਉਸੇ ਤਰ੍ਹਾਂ ਗੁਰੂ ਦਾ ਉਪਦੇਸ਼ ਮਨ ਨੂੰ ਥੰਮਦਾ ਹੈ। ਵਿਸ਼ੇ ਵਿਕਾਰਾਂ ਦੇ ਟੋਏ ਵਿੱਚੋਂ ਡਿੱਗਣ ਤੋਂ। ਜੋ ਪਾਖਾਣ ਨਾਉ ਚੜ੍ਹੈ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਸ ਤਰ੍ਹਾਂ ਬੇੜੀ ਉੱਤੇ ਚੜ੍ਹ ਕੇ ਪੱਥਰ ਪਾਣੀ ਤੋਂ ਤਰ ਜਾਂਦਾ ਹੈ, ਉਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਲੱਗ ਕੇ ਜੀਵ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਅੰਧੇਰੇ ਵਿੱਚ ਦੀਵਾ ਚਾਨਣ ਕਰਦਾ ਹੈ, ਤਿਵੇਂ ਗੁਰੂ ਦੇ ਦਰਸ਼ਨ ਵੇਖ ਕੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਭਾਵ ਇਹ ਹੈ ਕਿ ਮਨ ਦੇ ਅਗਿਆਨ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਜੋ ਮਹਾ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿਵੇਂ ਕੋਈ ਵੱਡੇ ਸੰਘਣੇ ਜੰਗਲ ਵਿੱਚ ਭੁੱਲਿਆ ਹੋਇਆ ਰਸਤਾ ਪਾ ਲੈਂਦਾ ਹੈ ਤਾਂ ਜੰਗਲ ਤੋਂ ਪਾਰ ਹੋ ਜਾਂਦਾ ਹੈ, ਤਿਵੇਂ ਸਾਧੂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਜੋਤ ਪ੍ਰਗਟਦੀ ਹੈ, ਜਿਸ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ। ਗੁਰੂ ਜੀ ਫਰਮਾਉਂਦੇ ਹਨ, ਹੇ ਹਰੀ, ਮੇਰੀ ਇਹ ਇੱਛਾ ਪੂਰੀ ਕਰੋ। ਤਾਤਪਰਯ ਇਹ ਹੈ, ਸਾਧੂ ਦੀ ਸੰਗਤ ਕਰਕੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਨਾਲ ਮਨ ਪ੍ਰਕਾਸ਼ਵਾਨ ਹੋ ਕੇ ਖਿੜ ਜਾਂਦਾ ਹੈ। ਪ੍ਰਕਾਸ਼ਵਾਨ ਹੋਇਆ ਮਨ ਵਿਸ਼ੇ ਵਿਕਾਰਾਂ ਦੇ ਟੋਏ ਵਿੱਚ ਨਹੀਂ ਡਿੱਗਦਾ। ਵਿਕਾਰਾਂ ਤੋਂ ਬਚਣ ਕਰਕੇ ਜੀਵ ਮੁਕਤ ਹੋ ਜਾਂਦਾ ਹੈ। ਇਹ ਸਭ ਸੰਤਾਂ ਦੀ ਸੰਗਤ ਅਤੇ ਕਿਰਪਾ ਕਰਕੇ ਹੁੰਦਾ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਖ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੈ ਚਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤ ਆਈ ਤੇਰੇ ਸੰਗ,
लपट रहो रस लोभी पतंग। राम नाम जप हृदय माही, नानक पत से ती घर जाहे। शब्दार्थ बिल लाइए यानी बिलकिए, विरलाप करिए। चितार यानी याद कर। वस्त यानी वस्तु चीज। पतंग यानी पतंग वांगू। लपट यानी फंस रहा है। मन मूरख काहे बिल लाइए, पुरख लिखे का लिखिया पाइए। हे मूर्ख मन, ਵਿਰਲਾਪ ਕਿਸ ਵਾਸਤੇ ਕਰਦਾ ਹੈ? ਪਿਛਲੇ ਕਰਮਾਂ ਦਾ ਲਿਖਿਆ ਹੋਇਆ ਦੁੱਖ ਸੁਖ ਪਾਈਦਾ ਹੈ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਦੁਖ ਸੁਖ ਪ੍ਰਭ ਦੇਵਨਹਾਰ, और त्याग तू तिसै चितार। दुख सुख देण वाला ਤਾਂ परमात्मा आप है। ਸਾਡੇ ਕਰਮਾਂ ਅਨੁਸਾਰ ਤੂੰ ਹੋਰ ਸਭ ਕੁਝ ਛੱਡ ਕੇ ਇੱਕ ਉਸ ਨੂੰ ਹੀ ਯਾਦ ਕਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ। ਜੋ ਕੁਛ ਉਹ ਕਰਦਾ ਹੈ ਉਸੀ ਨੂੰ ਸੁਖ ਕਰਕੇ ਮਨ ਉਸ ਦੇ ਭਾਣੇ ਵਿੱਚ ਰਹੋ। ਹੇ ਅਣਜਾਣੇ, ਤੂੰ ਕਿਧਰ ਭੁੱਲਾ ਫਿਰਦਾ ਹੈ? ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਤੇਰੇ ਨਾਲ ਜਨਮ ਸਮੇਂ ਕਿਹੜੀ ਚੀਜ਼ ਆਈ ਸੀ? ਕੋਈ ਵੀ ਨਹੀਂ। ਤੂੰ ਰੂਪ ਉੱਤੇ ਮੋਹਿਤ ਹੋਣ ਵਾਲੇ ਲੋਭੀ ਪਤੰਗੇ ਵਾਂਗੂ ਮਾਇਆ ਦੇ ਰਸਾਂ ਵਿੱਚ ਫਸ ਰਿਹਾ ਹੈ। ਰਾਮ ਨਾਮ ਜਪ ਹਿਰਦੈ ਮਾਹੀ, ਨਾਨਕ ਪਤ ਸੇਤੀ ਘਰ ਜਾਹੇ। हे ਇਸਤਰੀ ਰੂਪ ਜੀਵ, ਤੂੰ ਹਿਰਦੇ ਵਿੱਚ ਰਾਮ ਨਾਮ ਜਪ ਸਭ ਰਸਾਂ ਕਸਾਂ ਨੂੰ ਛੱਡ ਦੇ। ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਘਰ ਸਰੂਪ ਵਿੱਚ ਜਾਏਗਾ। ਤਾਤਪਰਯ ਇਹ ਹੈ, ਇਹ ਜੀਵ ਆਪਣੇ ਪੁਰਬਲੇ ਕੀਤੇ ਕਰਮਾਂ ਅਨੁਸਾਰ ਹੀ ਇਸ ਸੰਸਾਰ ਵਿੱਚ ਦੁੱਖ ਸੁੱਖ ਭੋਗਦਾ ਹੈ। ਕਿਸੇ ਨੂੰ ਦੋਸ਼ ਦੇਣਾ ਕਿ ਇਸ ਨੇ ਮੈਨੂੰ ਦੁੱਖ ਦਿੱਤਾ ਹੈ ਠੀਕ ਨਹੀਂ ਹੈ। ਦੁੱਖ ਦੇਣ ਵਾਲਾ ਹੋਰ ਕੋਈ ਨਹੀਂ ਹੈ, ਇਸ ਦੇ ਆਪਣੇ ਕਰਮ ਹੀ ਇਸ ਨੂੰ ਦੁੱਖ ਦੇਣ ਵਾਲੇ ਹੁੰਦੇ ਹਨ। ਇਹਨਾਂ ਦੁੱਖਾਂ ਤੋਂ ਕੇਵਲ ਪਰਮਾਤਮਾ ਦਾ ਨਾਮ ਸਿਮਰਨ ਹੀ ਬਚਾ ਸਕਦਾ ਹੈ। ਸੋ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਜਪੀਏ, ਵਾਹਿਗੁਰੂ ਦਾ ਸਿਮਰਨ ਕਰੀਏ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।